एवरीवन, सत श्री अकाल सारिਆਂ ਨੂੰ। ਆਪਾਂ ਸ਼ੁਰੂ ਕੀਤਾ ਹੋਇਆਗਾ ਬਿਜ਼ਨਸ ਸਰਵਿਸਿਜ਼ ਚੈਪਟਰ ਕਲਾਸ 11th ਦਾ ਚੈਪਟਰ ਨੰਬਰ 4। ਤੇ ਦੇਖੋ ਅੱਜ ਇੱਕ ਪਾਰਟ ਆਪਣਾ ਆਲਰੇਡੀ ਅਪਲੋਡ ਹੋ ਚੁੱਕਿਆ, ਇਹ ਪਾਰਟ 2 ਹੈਗਾ। ਪਾਰਟ 1 ਦੇ ਵਿੱਚ ਆਪਾਂ ਸਰਵਿਸਿਜ਼ ਦਾ ਮੀਨਿੰਗ ਸਮਝ ਲਿਆ ਸੀ, ਬਿਜ਼ਨਸ ਸਰਵਿਸਿਜ਼ ਬਾਰੇ ਪੜ੍ਹ ਲਿਆ ਸੀ, ਕਿੰਨੀਆਂ ਡਿਫਰੈਂਟ ਟਾਈਪਸ ਆਫ ਬਿਜ਼ਨਸ ਸਰਵਿਸਿਜ਼ ਹੁੰਦੀਆਂ ਉਹ ਪੜ੍ਹ ਲਿਆ ਸੀ। ਤੇ ਉਹਦੇ ਵਿੱਚੋਂ ਪਹਿਲੀ ਬਿਜ਼ਨਸ ਸਰਵਿਸ ਬੈਂਕਿੰਗ, ਉਹ ਵੀ ਆਪਾਂ ਸਟਾਰਟ ਕਰ ਲਿਆ ਸੀ। ਬੈਂਕਿੰਗ ਦੇ ਵਿੱਚੋਂ ਆਪਾਂ ਬੈਂਕ ਦਾ ਕੀ ਮਤਲਬ ਹੁੰਦਾ ਇਹ ਸਮਝ ਕੇ ਫਿਰ ਟਾਈਪਸ ਆਫ ਬੈਂਕ, ਕਿੰਨੇ ਤਰ੍ਹਾਂ ਦੇ ਬੈਂਕ ਹੁੰਦੇ ਹੈਗੇ, 4 ਤਰ੍ਹਾਂ ਦੇ, ਕਮਰਸ਼ੀਅਲ, ਕੋਆਪਰੇਟਿਵ, ਸਪੈਸ਼ਲਾਈਜ਼ਡ ਤੇ ਸੈਂਟਰਲ ਬੈਂਕ, ਇਹਨਾਂ ਚਾਰਾਂ ਬਾਰੇ ਵੀ ਪੜ੍ਹ ਲਿਆ ਸੀ। ਹੁਣ ਅੱਜ ਦੇ ਟੌਪਿਕ ਦੇ ਵਿੱਚ ਆਪਣਾ ਕੀ, ਅੱਜ ਦੇ ਲੈਕਚਰ ਦੇ ਵਿੱਚ ਆਪਣਾ ਕੀ ਟੌਪਿਕ ਹੋਊਗਾ? ਅੱਜ ਦੇ ਲੈਕਚਰ ਦੇ ਵਿੱਚ ਆਪਣਾ ਟੌਪਿਕ ਹੈ ਡਿਫਰੈਂਟ ਟਾਈਪਸ ਆਫ ਬੈਂਕ ਅਕਾਊਂਟਸ। ਆਪਾਂ ਗੱਲ ਕੀਤੀ ਸੀਗੀ ਕਿ ਬੈਂਕ ਜੋ ਹੈ ਉਹ ਆਪਣੇ ਪੈਸੇ ਜਮ੍ਹਾਂ ਕਰਦਾ, ਆਪਾਂ ਬੈਂਕ 'ਚ ਜਾ ਕੇ ਪੈਸੇ ਜਮ੍ਹਾਂ ਕਰਾਉਣੇ। ਹੁਣ ਉਹਨਾਂ ਪੈਸਿਆਂ ਨੂੰ ਜਮ੍ਹਾਂ ਕਰਵਾਉਣ ਲਈ ਬੈਂਕ ਕੀ ਕਰਦਾ, ਆਪਾਂ ਨੂੰ ਡਿਫਰੈਂਟ ਟਾਈਪਸ ਆਫ ऑप्शंस दिंदा है। मतलब कि देखो अलग अलग तरह के लोग है तो उन्होंने पैसों को लेके नीड्स भी अलग अलग है। किसी ने पैसा जो है वो लंबे टाइम तक जमा करा के रखना है, कट्ठी एक मोटी अमाउंट, लमसम अमाउंट उन्होंने लंबे टाइम तक जमा करवा के रखना है। किसी ने थोड़ी थोड़ी अमाउंट हैगी वो लंबे टाइम तक जमा करवा के रखनी हैगी। किसी ने कुछ पैसा जमा कराता, ਉਹਦੇ ਵਿੱਚ ਜਦੋਂ ਲੋੜ ਪਈ ਵਿਡਰਾ ਕਰਾ ਲਿਆ, ਜਮਾ ਕਰਾਤਾ, ਵਿਡਰਾ ਕਰਾ ਲਿਆ, ਇਦਾਂ ਕਰਨਾ ਹੈ। ਤਾਂ ਹਰ ਇੱਕ ਬੰਦੇ ਦੀ ਪੈਸਿਆਂ ਨੂੰ ਲੈ ਕੇ ਜਦੋਂ ਉਹ ਬੈਂਕ 'ਚ ਜਾ ਕੇ ਪੈਸੇ ਜਮਾ ਕਰਾਉਂਦੇ ਹੈਗੇ ਤਾਂ ਉਹਨਾਂ ਪੈਸਿਆਂ ਨੂੰ ਲੈ ਕੇ ਹਰ ਇੱਕ ਬੰਦੇ ਦੀ नीड जो है वो अलग अलग है। तो उन्होंने अलग अलग नीड्स ਨੂੰ ਪੂਰਾ ਕਰਨ ਲਈ ਬੈਂਕ ਨੇ ਡੱਬੇ ਵੀ ਅੱਡ ਲਾਏ ਹੋਏ ਹੈਗੇ, ਜਿਨ੍ਹਾਂ ਦੇ ਵਿੱਚ ਉਹ ਉਹਨਾਂ ਲੋਕਾਂ ਦੇ ਪੈਸੇ ਜਮਾ ਕਰਦਾ ਹੈਗਾ। ਤੇ ਜਿਵੇਂ ਵੀ ਨੀਡ ਹੁੰਦੀ ਹੈਗੀ ਉਹਦੇ ਅਕੋਰਡਿੰਗ ਇਹਨਾਂ ਦੇ ਵਿੱਚੋਂ ਇੱਕ ਡੱਬਾ ਕਸਟਮਰ ਨੂੰ ਦੇ ਦਿੱਤਾ ਜਾਂਦਾ ਹੈ। ਤਾਂ ਇਹਨਾਂ ਡੱਬਿਆਂ ਬਾਰੇ ਪੜ੍ਹਦੇ ਆਂਗੇ ਕੀ ਕੀ ਇਹਨਾਂ ਡੱਬਿਆਂ ਦੇ ਫੀਚਰ ਹੈਗੇ, ਕੀ ਇਹ ਆਪਣੀਆਂ ਨੀਡਸ ਪੂਰੀਆਂ ਕਰਦੇ ਹੈਗੇ, ਕਿੰਨੇ ਆਪਾਂ ਇਹਨਾਂ ਤੇ ਪੈਸੇ ਜਮਾ ਕਰਵਾਉਣੇ ਹੈਗੇ। ਤਾਂ ਸਭ ਤੋਂ ਪਹਿਲਾ ਡੱਬਾ, ਰੈੱਡ ਵਾਲਾ ਡੱਬਾ ਆਪਾਂ ਨੂੰ ਕਹਿੰਦਾ ਹੈਗਾ ਫਿਕਸਡ ਡਿਪੋਜ਼ਿਟ ਅਕਾਊਂਟ। ਜਿਵੇਂ ਹੁਣੀ ਮੈਂ ਤੁਹਾਨੂੰ ਗੱਲਾਂ ਚ ਦੱਸਿਆ ਨਾ ਕਿ ਕਿਸੇ ਬੰਦੇ ਦੀ ਲੋੜ ਹੈਗੀ ਕਿ ਉਹਦੇ ਕੋਲੇ ਬਾਵਾ ਸਾਰਾ ਪੈਸਾ, ਮੋਟਾ ਪੈਸਾ ਇਕੱਠਾ ਹੋਇਆ ਪਿਆ, ਮੋਟਾ ਪੈਸਾ ਮੰਨ ਲਓ ਕਿ 5 ਲੱਖ ਰੁਪਇਆ ਇਕੱਠਾ ਹੋਇਆ ਪਿਆ। ਉਹ 5 ਲੱਖ ਰੁਪਇਆ ਪੈਸਾ, 5 ਲੱਖ ਰੁਪਏ ਉਹ ਬੰਦਾ ਕੀ ਕਹਿ ਰਿਹਾ ਹੈਗਾ ਕਿ ਮੈਨੂੰ ਲੰਬੇ ਟਾਈਮ ਤੱਕ ਤੁਹਾਡੇ ਕੋਲੇ ਜਮਾ ਕਰਾ ਕੇ ਰੱਖਣਾ ਹੈਗਾ। ਲੰਬੇ ਟਾਈਮ ਤੱਕ ਮੰਨ ਲਓ ਕਿ 5 ਸਾਲ, ਲੰਬੇ ਟਾਈਮ ਤੱਕ ਮੈਂ ਜਮਾ ਕਰਾ ਕੇ ਰੱਖੂੰਗਾ ਤੇ 5 ਸਾਲਾਂ ਤੱਕ ਇਹਨਾਂ ਪੈਸਿਆਂ ਨੂੰ ਝਾਕਦਾ ਵੀ ਨਹੀਂਗਾ, ਦੇਖਦਾ ਵੀ ਨਹੀਂਗਾ, ਤੁਸੀਂ ਆਪਦੇ ਕੋਲੇ ਜਮਾ ਕਰਕੇ ਰੱਖ। ਤਾਂ ਜਦੋਂ ਇਹੋ ਜੀ ਨੀਡ ਲੈ ਕੇ ਕੋਈ ਬੰਦਾ ਆਂਦਾ ਹੈਗਾ ਤਾਂ ਉਹਨੂੰ ਆਪਾਂ ਦਿੰਨੇ ਹੈਗੇ ਫਿਕਸਡ ਡਿਪੋਜ਼ਿਟ ਅਕਾਊਂਟ ਵਾਲਾ ਡੱਬਾ। ਮਤਲਬ ਕਿ ਉਹ ਡੱਬੇ, ਜਿਹੜੇ ਡੱਬੇ ਦਾ ਨਾਮ ਕੀ ਹੈਗਾ ਫਿਕਸਡ ਡਿਪੋਜ਼ਿਟ ਅਕਾਊਂਟ, ਉਹਦੇ ਵਿੱਚ ਆਪਾਂ ਉਹਦੇ ਪੈਸੇ ਪਾ ਦਿੰਨੇ। ਹੁਣ ਇਹਦੇ ਵਿੱਚ ਹੁੰਦਾ ਕੀ ਹੈਗਾ ਕਿ ਜਿਹੜਾ ਬੰਦਾ ਹੈਗਾ ਉਹ ਇੱਕ ਲਮਸਮ ਅਮਾਉਂਟ ਲੈ ਕੇ ਆਊਗਾ ਤੇ ਉਹ ਲਮਸਮ ਅਮਾਉਂਟ ਆਪਾਂ ਇੱਕ ਫਿਕਸ ਪੀਰੀਅਡ ਆਫ ਟਾਈਮ ਲਈ ਡਿਪੋਜ਼ਿਟ ਕਰਕੇ ਰੱਖਾਂਗੇ। ਮਤਲਬ ਕਿ ਜਦੋਂ ਤੁਸੀਂ ਇਸ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣੇ ਹੈਗੇ ਤਾਂ ਉਸ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਤੁਹਾਡੇ ਕੋਲੇ ਜਿਹੜੇ ਮਨੀ ਹੈਗੀ, ਪੈਸੇ ਹੈਗੇ, ਉਹ ਵੀ ਇੱਕ ਲਮਸਮ ਫਿਕਸ ਅਮਾਉਂਟ ਹੋਣੀ ਚਾਹੀਦੀ ਹੈਗੀ। ਪਲੱਸ ਉਹ ਪੈਸਾ ਵੀ ਤੁਸੀਂ ਇੱਕ ਫਿਕਸ ਟਾਈਮ ਪੀਰੀਅਡ ਲਈ ਹੀ ਜਮ੍ਹਾਂ ਕਰਵਾਓਗੇ। ਉਹ ਟਾਈਮ ਪੀਰੀਅਡ ਪੂਰਾ ਹੋਣ ਤੋਂ ਪਹਿਲਾਂ ਤੁਸੀਂ ਪੈਸੇ ਨੂੰ ਵਿਡਰਾ ਨਹੀਂ ਕਰਵਾ ਸਕਦੇ। ਜਦੋਂ ਟਾਈਮ ਪੀਰੀਅਡ ਪੂਰਾ ਹੋਊਗਾ ਉਦੋਂ ਹੀ ਤੁਸੀਂ ਉਸ ਪੈਸੇ ਨੂੰ ਵਿਡਰਾ ਕਰਵਾ ਸਕਦੇ ਹੋ। ਇਹ ਹੈਗਾ ਤੁਹਾਡਾ ਪਹਿਲਾ ਡੱਬਾ ਫਿਕਸਡ ਡਿਪੋਜ਼ਿਟ ਅਕਾਊਂਟ। ਤੇ ਇਹਦੇ ਉੱਤੇ ਬੈਂਕ ਆਪਾਂ ਨੂੰ ਇੰਟਰਸਟ, ਵਿਆਜ ਵੀ ਪੇ ਕਰਦਾ ਹੈਗਾ। ਗੱਲ ਸਮਝ ਆ ਗਈ? ਨੈਕਸਟ ਇਜ਼ ਰੈਕਰਿੰਗ ਡਿਪੋਜ਼ਿਟ ਅਕਾਊਂਟ। ਹੁਣ ਦੂਜਾ ਬੰਦਾ ਆਇਆ ਕਿ ਬਾਈ ਜੀ ਮੈਂ ਪੈਸੇ ਤਾਂ ਤੁਹਾਡੇ ਕੋਲੇ ਲੰਬੇ ਟਾਈਮ ਤੱਕ ਜਮਾ ਕਰਾਣੇ ਹੈ। ਲੰਬਾ ਟਾਈਮ ਮੰਨ ਲਓ ਹੀ 10 ਸਾਲ ਮੰਨ ਲਓ, ਲੰਬੇ ਟਾਈਮ ਤੱਕ ਜਮਾ ਕਰਵਾਉਣੇ ਹੈਗੇ, ਲੇਕਿਨ ਮੇਰੇ ਕੋਲੇ ਇਕੱਠਾ ਪੈਸਾ ਨਹੀਂ ਹੈਗਾ। ਇਕੱਠਾ ਪੈਸਾ ਨਹੀਂ ਹੈਗਾ ਲੇਕਿਨ ਮੈਂ ਤੁਹਾਨੂੰ ਕੀ ਕਰ ਸਕਦਾ, ਆਪਾਂ ਕਿਸ਼ਤਾਂ ਮੰਨ ਲੈਣੇ, ਜਿਵੇਂ ਕਿ 500 ਰੁਪਇਆ ਮਹੀਨਾ, 1000 ਰੁਪਏ ਮਹੀਨਾ, ਆਪਾਂ ਏਦਾਂ ਕਿਸ਼ਤਾਂ ਮੰਨ ਲੈਣੇ ਹੈਗੇ। ਤੇ ਜਦੋਂ ਤੱਕ ਉਹ ਪੈਸਾ, ਜਿੰਨੀ ਅਮਾਉਂਟ ਆਪਾਂ ਫਿਕਸ ਕਰਦੇ ਹੈਗੇ ਉਹ ਪੂਰਾ ਨਹੀਂ ਹੁੰਦਾ, ਮੈਂ ਤੁਹਾਨੂੰ ਕਿਸ਼ਤਾਂ ਦੇ ਹੀ ਜਾਊਂਗਾ। ਮੰਨ ਲਓ ਕਿ ਤੁਸੀਂ ਫਿਕਸ ਕਰ ਲਿਆ 4 ਲੱਖ ਰੁਪਇਆ ਕਿ 4 ਲੱਖ ਰੁਪਏ ਜਮਾ ਕਰਾਣਾ ਹੈਗਾ, ਲੇਕਿਨ ਇਹ 4 ਲੱਖ ਰੁਪਇਆ ਤੁਹਾਡੇ ਕੋਲ ਇਕੱਠੀ ਅਮਾਉਂਟ ਨਹੀਂ ਹੈਗੀ ਲਮਸਮ ਇੱਕ ਟਾਈਮ ਦੇ ਵਿੱਚ। ਤੁਸੀਂ ਕੀ ਕੀਤਾ, ਬੈਂਕ ਨੂੰ ਕਿਹਾ ਕਿ ਆਪਾਂ ਕਿਸ਼ਤਾਂ ਬਣਾਂਗੇ। ਕਿਸ਼ਤਾਂ ਤੁਸੀਂ ਬਣ ਲਿਆ 1000 ਰੁਪਏ ਦੀਆਂ ਕਿ ਹਰ ਮਹੀਨੇ ਤੁਸੀਂ 1000 ਰੁਪਏ ਬੈਂਕ 'ਚ ਜਾ ਕੇ ਜਮਾ ਕਰਾਓਗੇ। ਤੇ ਜਦੋਂ ਤੱਕ ਆਹ 4 ਲੱਖ ਰੁਪਏ ਪੂਰਾ ਨਹੀਂ ਹੁੰਦਾ ਤੁਸੀਂ 1000 ਰੁਪਇਆ ਬੈਂਕ 'ਚ ਜਮਾ ਕਰਵਾਉਂਦੇ ਰਹੋਗੇ। ਤੇ ਜਦੋਂ ਇਹ ਪੂਰਾ ਹੋ ਗਿਆ ਉਹ 10 ਸਾਲਾਂ ਤੱਕ ਤੁਸੀਂ ਵਿਡਰਾ ਨਹੀਂ ਕਰਵਾ ਸਕਦੇ। ਇਹ ਹੁੰਦਾ ਹੈਗਾ ਰੈਕਰਿੰਗ ਡਿਪੋਜ਼ਿਟ ਅਕਾਊਂਟ। ਰੈਕਰਿੰਗ ਦਾ ਮਤਲਬ ਹੁੰਦਾ ਹੈ ਰਿਪੀਟਿੰਗ, ਬਾਰ-ਬਾਰ ਟ੍ਰਾਂਜੈਕਸ਼ਨ ਦਾ ਰਿਪੀਟ ਹੋਣਾ। ਜਦੋਂ ਟ੍ਰਾਂਜੈਕਸ਼ਨ ਬਾਰ-ਬਾਰ ਰਿਪੀਟ ਹੁੰਦੀ ਹੈ ਕਿ ਉੱਥੇ ਆਪਾਂ ਰੈਕਰਿੰਗ ਵਰਡ ਯੂਜ਼ ਕਰ ਦਿਆਂਗੇ। ਤਾਂ ਫਿਕਸਡ ਤੇ ਰੈਕਰਿੰਗ ਡਿਪੋਜ਼ਿਟ ਦੇ ਵਿੱਚ ਫਰਕ ਬਸ ਇੰਨਾ ਕੀ ਹੈਗਾ, अमाउंट फिक्स ही डिपॉजिट होंदी है कि फिक्स टाइम पीरियड ਲਈ ही डिपॉजिट होंदी है, लेकिन फिक्स ਦੇ ਵਿੱਚ ਆਪਾਂ ਇਕੱਠਾ ਪੈਸਾ ਦੇਣਾ ਹੁੰਦਾ ਇੱਕੋ ਵਾਰੀ 'ਚ। ਰੈਕਰਿੰਗ ਦੇ ਵਿੱਚ ਆਪਾਂ ਇਕੱਠਾ ਪੈਸਾ ਨਹੀਂ ਦੇਣਾ ਹੁੰਦਾ ਹੈਗਾ, ਫਿਕਸ ਅਮਾਉਂਟ ਦੀਆਂ ਆਪਾਂ ਇੰਸਟਾਲਮੈਂਟਸ ਬੈਂਕ ਨੂੰ ਪੇ ਕਰਨੀਆਂ ਹੁੰਦੀਆਂ ਹੈਗੀਆਂ। ਤਾਂ ਇਹ ਹੁੰਦਾ ਹੈਗਾ ਰੈਕਰਿੰਗ ਡਿਪੋਜ਼ਿਟ ਅਕਾਊਂਟ। ਹੁਣ ਇਸ ਅਕਾਊਂਟ ਤੇ ਵੀ ਬੈਂਕ ਆਪਾਂ ਨੂੰ ਕੀ ਕਰਦਾ ਹੈਗਾ, ਇੰਟਰਸਟ ਪੇ ਕਰਦਾ ਹੈਗਾ, ਲੇਕਿਨ ਉਹ ਇੰਟਰਸਟ ਦਾ ਜੋ ਰੇਟ ਹੁੰਦਾ ਉਹ ਫਿਕਸ ਡਿਪੋਜ਼ਿਟ ਅਕਾਊਂਟ ਨਾਲੋਂ
ਘੱਟ ਹੁੰਦਾ ਹੈ। FD ਅਕਾਊਂਟ ਜਿਹੜਾ ਹੁੰਦਾ ਉਹ ਤੇ ਆਪਾਂ ਨੂੰ ਸਾਰਿਆਂ ਨਾਲੋਂ ਹਾਈ ਰੇਟ ਆਫ ਇੰਟਰਸਟ ਮਿਲਦਾ ਹੈ। ਦੱਸੋ ਜੀ ਗੱਲ ਸਮਝ ਆ ਗਈ। ਫਿਰ ਆ ਜਾਓ ਸੇਵਿੰਗਸ ਡਿਪੋਜ਼ਿਟ ਅਕਾਊਂਟ। ਹੁਣ ਇਹਨਾਂ ਦੇ ਵਿੱਚ ਤੁਸੀਂ ਕੀ ਕੀਤਾ, ਫਿਕਸ ਪੈਸਾ, ਇਹਦੇ ਵਿੱਚ ਵੀ ਇੱਕ ਫਿਕਸ ਪੈਸਾ ਇੰਟਰਵਲਸ ਦੇ ਵਿੱਚ ਪੇ ਕਰ ਰਹੇ ਹੋ, ਤੇ ਇਹਨਾਂ ਦੋਨਾਂ ਅਕਾਊਂਟਸ ਦੇ ਵਿੱਚ ਜਿਹੜਾ ਤੁਸੀਂ ਪੈਸਾ ਜਮਾ ਕਰਾ ਰਹੇ ਹੋਗੇ ਨਾ ਉਹ ਪੈਸਾ ਇੱਕ ਫਿਕਸ ਟਾਈਮ ਪੀਰੀਅਡ ਲਈ ਆਪਾਂ ਜਮਾ ਕਰਾ ਰਹੇ ਹਾਂ। ਮਤਲਬ ਉਹ ਟਾਈਮ ਪੀਰੀਅਡ ਪੂਰਾ ਹੋਣ ਤੋਂ ਪਹਿਲਾਂ ਤੁਸੀਂ ਪੈਸਾ ਨਹੀਂ ਕਢਾ ਸਕਦੇ। ਲੇਕਿਨ ਸੇਵਿੰਗ ਅਕਾਊਂਟ ਜਿਹੜਾ ਹੈਗਾ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਦਾ ਹੱਲ ਕਰਦਾ ਹੈ। ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਬੰਦਾ ਕਹਿੰਦਾ ਯਾਰ ਮੈਂ ਪੈਸੇ ਤਾਂ ਜਮਾ ਕਰਾਉਣੇ ਹੈਗੇ ਲੇਕਿਨ ਮੈਨੂੰ ਕਦੀ ਕਦੀ ਲੋੜ ਪੈਂਦੀ ਹੈ ਕਿ ਤਾਂ ਮੈਂ ਵਿਡਰਾ ਵੀ ਕਰਾਣੇ ਹੈਗੇ, ਤੇ ਨਾ ਹੀ ਮੈਂ ਕੋਈ ਇੰਸਟਾਲਮੈਂਟ ਫਿਕਸ ਬੰਨਣੀ ਹੈਗੀ। ਜਿੰਨੇ ਮੇਰੇ ਕੋਲ ਪੈਸੇ ਬਚਿਆ ਕਰਨਗੇ, ਸੇਵ ਹੋਇਆ ਕਰਨਗੇ, ਉਹ ਮੈਂ ਆ ਕੇ ਖਾਤੇ 'ਚ ਜਮਾ ਕਰਾ ਦਿਆ ਕਰੂੰਗਾ। ਤੇ ਇਹੋ ਜਿਹੇ ਅਕਾਊਂਟ ਨੂੰ ਆਪਾਂ ਕੀ ਕਹਿੰਦੇ ਹੈਗੇ, ਸੇਵਿੰਗ ਡਿਪੋਜ਼ਿਟ ਅਕਾਊਂਟ, ਜਿੱਥੇ ਤੁਸੀਂ ਕੋਈ ਵੀ ਫਿਕਸ ਅਮਾਉਂਟ ਨਹੀਂ ਸੈੱਟ ਕਰ ਰਹੇ, ਫਿਕਸ ਟਾਈਮ ਪੀਰੀਅਡ ਲਈ ਨਹੀਂ ਸੈੱਟ ਕਰ ਰਹੇ। ਜਿੰਨੇ ਤੁਹਾਡੇ ਕੋਲੇ ਪੈਸੇ ਹੋਣਗੇ ਤੁਸੀਂ ਬੈਂਕ 'ਚ ਜਾ ਕੇ ਜਮਾ ਕਰਾ ਸਕਦੇ ਹੋ। ਜੇ ਤੁਹਾਨੂੰ ਪੈਸਿਆਂ ਦੀ ਲੋੜ ਹੈ ਤੁਸੀਂ ਕਦੋਂ ਵੀ ਵਿਡਰਾ ਕਰਵਾ ਸਕਦੇ ਹੋਗੇ। ਲੇਕਿਨ ਇਹਦੇ ਵਿੱਚ ਨਾ ਕੁਝ ਲਿਮਿਟ ਹੁੰਦੀ ਹੈਗੀ ਕਿ ਆਪਾਂ ਟ੍ਰਾਂਜੈਕਸ਼ਨਸ ਵਾਲੀਆਂ ਨਹੀਂ ਕਰ ਸਕਦੇ ਹੁੰਦੇ। ਇੱਕ ਦਿਨ ਦੇ ਵਿੱਚ ਜੇ ਤੁਸੀਂ ਪੈਸੇ ਜਮਾ ਕਰਾਣੇ ਹੈਗੇ ਤਾਂ ਇੰਨੀ ਅਮਾਉਂਟ ਤੋਂ ਬਾਅਦ ਲਿਮਿਟ ਤੋਂ ਬਾਅਦ ਤੁਸੀਂ ਪੈਸੇ ਨਹੀਂ ਜਮਾ ਕਰਾ ਸਕਦੇ, ਜਾਂ ਇੰਨੀ ਲਿਮਿਟ ਤੋਂ ਬਾਅਦ ਤੁਸੀਂ ਪੈਸੇ ਨਹੀਂ ਕਟਾ ਸਕਦੇ, ਜਾਂ ਇੱਕ ਦਿਨ ਦੇ ਵਿੱਚ ਤੁਸੀਂ ਨੰਬਰ ਆਫ ਟ੍ਰਾਂਜੈਕਸ਼ਨਸ ਕਿੰਨੀਆਂ ਕਰ ਸਕਦੇ ਹੋ ਉਹਦੇ ਉੱਤੇ ਲਿਮਿਟ ਲੱਗੀ ਹੁੰਦੀ ਹੈਗੀ। ਤੇ ਬਾਕੀ ਤੁਸੀਂ ਇਹਨਾਂ ਦੇ ਵਿੱਚ ਜਿਵੇਂ ਫਿਕਸ ਚੀਜ਼ ਹੁੰਦੀ ਹੈਗੀ, ਇਹਦੇ ਵਿੱਚ ਕੋਈ ਵੀ ਚੀਜ਼ ਫਿਕਸ ਨਹੀਂ ਹੁੰਦੀ। ਨਾ ਤਾਂ ਪੈਸਾ ਫਿਕਸ ਹੈ, ਨਾ ਹੀ ਟਾਈਮ ਪੀਰੀਅਡ ਫਿਕਸ ਹੈ। ਜਦੋਂ ਤੁਹਾਡਾ ਜੀ ਕਰਦਾ ਤੁਸੀਂ ਪੈਸੇ ਕਢਾ ਲਓ, ਜਦੋਂ ਤੁਹਾਡਾ ਜੀ ਕਰਦਾ ਤੁਸੀਂ ਪੈਸੇ ਜਮਾ ਕਰਾ ਦਿਓ, ਤੇ ਜਿੰਨੇ ਮਰਜ਼ੀ ਜਮਾ ਕਰ ਦਿਓ। ਤੇ ਇਸ ਅਕਾਊਂਟ ਤੇ ਵੀ ਬੈਂਕ ਆਪਾਂ ਨੂੰ ਕੀ ਕਰਦਾ ਹੈਗਾ, ਵਿਆਜ ਪੇ ਕਰਦਾ ਹੈ। ਲੇਕਿਨ ਇਸ ਅਕਾਊਂਟ ਤੇ ਜੋ ਆਪਾਂ ਨੂੰ ਵਿਆਜ ਮਿਲਦਾ ਹੈਗਾ ਉਹ ਇਹਨਾਂ ਦੋਨਾਂ ਨਾਲੋਂ ਵਿਆਜ ਘੱਟ ਹੁੰਦਾ ਹੈ। ਇਹਨਾਂ ਦੋਨਾਂ ਤੇ ਫਿਕਸ ਤੇ ਸਭ ਤੋਂ ਵੱਧ ਹੁੰਦਾ, ਉਦੋਂ ਬਾਅਦ ਰੈਕਰਿੰਗ ਤੇ ਆਉਂਦਾ ਹੈਗਾ, ਤੇ ਉਦੋਂ ਬਾਅਦ ਸੇਵਿੰਗਸ ਅਕਾਊਂਟ ਤੇ। ਫਿਰ ਆ ਜਾਓ ਕਰੰਟ ਡਿਪੋਜ਼ਿਟ ਅਕਾਊਂਟ। ਹੁਣ ਆ ਤਾਂ ਜਿਹੜੇ ਤਿੰਨ ਅਕਾਊਂਟ ਆਪਾਂ ਪੜ੍ਹੇ ਹੈਗੇ, ਇਹਨਾਂ ਤਿੰਨਾਂ ਅਕਾਊਂਟਸ ਦਾ ਨੇਚਰ ਹੈ ਸੇਵਿੰਗ ਨੇਚਰ। ਇਹਨਾਂ ਦੋਨਾਂ ਦੇ ਵਿੱਚ ਵੀ ਤੁਸੀਂ ਇੱਕ ਫਿਕਸ ਟਾਈਮ ਪੀਰੀਅਡ ਲਈ ਸੇਵ ਕਰ ਰਹੇ ਹੋ, ਇਹਦੇ ਵਿੱਚ ਵੀ ਸੇਵ ਕਰ ਰਹੇ ਹੋ, ਲੇਕਿਨ ਇਹਦੇ ਵਿੱਚ ਇੱਕ ਸ਼ਰਤ ਨਾਲ ਸੇਵ ਕਰ ਰਹੇ ਹੋ ਕਿ ਜਦੋਂ ਲੋੜ ਪਊਗੀ ਅਸੀਂ ਪੈਸੇ ਕਢਾਵਾਂਗੇ ਥੋੜੇ ਬਹੁਤ, ਜਿੰਨੀ ਸਾਨੂੰ ਲੋੜ ਪਊਗੀ। ਆ ਜਿਹੜਾ ਰੈਕਰਿੰਗ ਅਕਾਊਂਟ ਹੈ ਨਾ, ਇਹ ਸੇਵਿੰਗ ਪਰਪਸ ਦੇ ਲਈ ਨਹੀਂ ਹੁੰਦਾ, ਇਹ ਹੁੰਦਾ ਹੈਗਾ ਬਿਜ਼ਨੈਸਿਸ ਲਈ। ਬਿਜ਼ਨੈਸਿਸ ਲਈ ਮਤਲਬ ਕਿ ਦੇਖੋ ਇੱਥੇ ਆਪਾਂ ਗੱਲ ਕੀਤੀ ਕਿ ਟ੍ਰਾਂਜੈਕਸ਼ਨਸ ਤੇ ਲਿਮਿਟ ਹੁੰਦੀ ਹੈਗੀ। ਹੁਣ ਇੱਕ ਬਿਜ਼ਨਸ ਦਾ ਜੇ ਆਪਾਂ ਅਕਾਊਂਟ ਖੋਲਣਾ ਹੈਗਾ, ਬਿਜ਼ਨਸ ਦੇ ਅਕਾਊਂਟ ਦੇ ਤਾਂ ਟ੍ਰਾਂਜੈਕਸ਼ਨ ਦੀ ਕੋਈ ਲਿਮਿਟ ਹੀ ਨਹੀਂ ਹੁੰਦੀ। ਦਿਨ ਦੇ ਵਿੱਚ ਕਿੰਨੇ ਹੀ ਨੰਬਰ ਆਫ ਟ੍ਰਾਂਜੈਕਸ਼ਨਸ ਹੁੰਦੀਆਂ, ਕਿੰਨੀ ਨੰਬਰ ਆਫ ਵਾਰੀ ਪੈਸਾ ਆਉਂਦਾ, ਕਿੰਨੀ ਨੰਬਰ ਆਫ ਵਾਰੀ ਆਪਾਂ ਪੇਮੈਂਟ ਕਰ ਦਿਆਂਗੇ। ਫਿਰ ਜੇ ਟ੍ਰਾਂਜੈਕਸ਼ਨਸ ਕਰਨ ਤੇ ਆਪਾਂ ਨੂੰ ਲਿਮਿਟ ਹੋਊਗੀ ਤਾਂ ਆਪਾਂ ਬਿਜ਼ਨਸ ਦੀਆਂ ਟ੍ਰਾਂਜੈਕਸ਼ਨਸ ਕਿਵੇਂ ਕਰਾਂਗੇ। ਤਾਂ ਬਿਜ਼ਨਸ ਲਈ ਹਮੇਸ਼ਾ ਸੇਵਿੰਗ ਅਕਾਊਂਟ ਨਹੀਂ ਖੋਲਿਆ ਜਾਂਦਾ, ਬਿਜ਼ਨਸ ਲਈ ਕੀ ਖੋਲਿਆ ਜਾਂਦਾ ਹੈਗਾ, ਕਰੰਟ ਅਕਾਊਂਟ, ਕਿਉਂਕਿ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਟ੍ਰਾਂਜੈਕਸ਼ਨਸ ਕਰਨੀਆਂ ਹੁੰਦੀਆਂ ਇੱਕ ਦਿਨ ਦੇ ਵਿੱਚ। ਸੇਵਿੰਗ ਅਕਾਊਂਟ ਤੇ ਟ੍ਰਾਂਜੈਕਸ਼ਨਸ ਲਿਮਿਟ ਹੋਣ ਕਰਕੇ ਆਪਾਂ ਕੀ ਖੁਲਵਾਉਂਦੇ ਹਾਂ ਬਿਜ਼ਨਸ ਲਈ, ਕਰੰਟ ਡਿਪੋਜ਼ਿਟ ਅਕਾਊਂਟ। ਤੇ ਕਰੰਟ ਡਿਪੋਜ਼ਿਟ ਅਕਾਊਂਟ ਦਾ ਨੇਚਰ ਸਿਰਫ ट्रांजैक्शंस करना हुंदा, पैसा आया पैसा पे किया, पैसा आया पैसा पे किया। करंट डिपॉजिट अकाउंट का नेचर पैसे नू सेव करना नहीं हुंदा, इसी करके बैंक इहदे ते आपां नू ब्याज पे नहीं करता। दसो इन्नी गल समझ आ गई। ये तीनों जिहड़े हैगे सेविंग करन दे पर्पस नाल खोले जाते हैं, ये सेविंग करन दे पर्पस नाल नहीं खोले जाते, लेकिन बहुत सारियां ट्रांजैक्शंस होने करके ये अकाउंट खोलिया जाता है। समझ आ गया। हुण नेक्स्ट इज लास्ट वन इज मल्टी ऑप्शन अकाउंट। हुण देखो मल्टी ऑप्शन अकाउंट दे विच तुसीं दो कलर्स दा मिक्स देख रहे हो। केड़े-केड़े दो बॉक्सेस, एक तो सेविंग डिपॉजिट अकाउंट वाला बॉक्स ते दूसरा फिक्स्ड डिपॉजिट अकाउंट वाला कलर। हुण जिहड़ा मल्टी डिपॉजिट अकाउंट हुंदा ना, इस अकाउंट दे विच एक तो वध ਜਿਹੜੇ ਅਕਾਊਂਟਸ ਹੁੰਦੇ ਹੈਗੇ ਉਹਨਾਂ ਦੇ ਫੀਚਰਸ ਹੁੰਦੇ ਹੈਗੇ। ਜਿਵੇਂ ਇਹਨਾਂ ਦੇ ਤਾਂ ਆਪਦੇ ਫੀਚਰ ਹੈ ਇਕੱਲੇ, ਇਹਦੇ ਵਿੱਚ ਇੱਕ ਤੋਂ ਵੱਧ ਅਕਾਊਂਟ ਦੇ ਫੀਚਰ ਹੁੰਦੇ ਹੈਗੇ। ਕਿਵੇਂ ਹੁੰਦੇ ਹੈਗੇ ਉਹ ਫੀਚਰ, ਜਿਵੇਂ ਦੇਖੋ ਹੁਣ ਇਹ ਅਕਾਊਂਟ ਦੇ ਵਿੱਚ ਕੀ ਹੁੰਦਾ ਨਾ, ਇਹ ਅਕਾਊਂਟ ਦੇ ਵਿੱਚ ਤੁਸੀਂ ਕਰੰਟ ਜਾਂ ਸੇਵਿੰਗ ਅਕਾਊਂਟ ਓਪਨ ਕਰਵਾਉਂਦੇ ਹੋਗੇ, ਨਾਲ ਉਹਦੇ ਆਪਾਂ ਨੂੰ ਫੈਸਿਲਿਟੀ ਮਿਲਦੀ ਹੈਗੀ ਐਫਡੀ ਅਕਾਊਂਟ ਦੀ। ਮਤਲਬ ਕਿ ਹੁੰਦਾ ਕੀ ਹੈਗਾ ਕਿ ਜਦੋਂ ਤੁਸੀਂ ਬੈਂਕ 'ਚ ਜਾ ਰਹੇ ਹੋ, ਤੁਸੀਂ ਜਾਂ ਤਾਂ ਕਰੰਟ ਅਕਾਊਂਟ ਓਪਨ ਕਰਾਇਆ ਜਾਂ ਫਿਰ ਸੇਵਿੰਗਸ ਅਕਾਊਂਟ ਓਪਨ ਕਰਾਇਆ। ਜਦੋਂ ਵੀ ਅਕਾਊਂਟ ਓਪਨ ਕਰਾਉਂਗੇ ਉਹਦੇ ਤੇ ਇੱਕ ਲਿਮਿਟ ਸੈੱਟ ਕੀਤੀ ਜਾਊਗੀ। ਫੋਰ ਸੇ ਆਪਾਂ 50,000 ਲਿਮਿਟ ਸੈੱਟ ਕਰ ਲਈ। ਹੁਣ ਜਿਹੜੀ ਆਹ 50,000 ਲਿਮਿਟ ਆਪਾਂ ਸੈੱਟ ਕੀਤੀ ਹੈਗੀ, ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਆ 50,000 ਤੋਂ ਪੈਸੇ ਵੱਧ ਜਾਣਗੇ, मान लो कि 60,000 रुपये पैसे जमा हो गए, 60,000 रुपये जमा हो गए, अपनी लिमिट कितनी सीगी 50,000 दी, 10,000 रुपये वध जमा होया, तो वो 10,000 रुपये की होगा जेड़ा थोड़े अकाउंट दे नाल करंट या सेविंग अकाउंट दे नाल अटैच एक फिक्स्ड अकाउंट हैगा, उस फिक्स्ड अकाउंट दे विच जाके वो पैसे जमा हो जाएंगे।
गल समझ रहे हो? मतलब कि अकाउंट जो मल्टी ऑप्शन अकाउंट आप खोल देंगे तो उत्थे दो अकाउंट खोले जाते हैं, एक तो नॉर्मल करंट या सेविंग अकाउंट खोलिया जाऊगा, प्लस ये अटैच एक एफडी अकाउंट भी खोलिया जाऊगा। जिन्नी भी तुसी लिमिट सैट की होगी, जो इस अकाउंट दे विच उस लिमिट तो एक्सैस पैसे हो जाएंगे, तो जिन्ने भी पैसे एक्सैस होंगे, फॉर एग्जाम्पल 10,000 तो 50,000 इत्थे पिछे छड्ड के जिहड़ा 10,000 एक्सैस होगा वो सारा कित्थे ट्रांसफर हो जाऊगा, एफडी फिक्स्ड डिपॉजिट अकाउंट के उत्ते विच ट्रांसफर हो जाऊगा। ते ओदे विच उस अकाउंट दे विच जिहड़ा एफडी अकाउंट होगा ओदे विच तुहानू जिन्ना भी इंटरस्ट रेट है फिक्स्ड डिपॉजिट अकाउंट दा ओह तुहानू मिलूगा। गल समझ आ गई? हुण सेविंग अकाउंट या करंट अकाउंट होगा ओह जिवें तुसीं इन्हां नूं यूज कर दोगे, पैसे कढ़ा ले डिपॉजिट कराते, कढ़ा ले डिपॉजिट करा ले, उवें ही यूज होणगे। ते जदों तुसीं मल्टी ऑप्शन अकाउंट दे थ्रू एफडी अकाउंट खुलवाने होगे ओहदे विचों तुसीं पैसे भी विड्रॉ करवा सकदे हुंदे हो। जिवें अगर सिंपल एफडी अकाउंट खुलवाया गया तो आप पैसे डिपॉजिट नहीं करा सकते, जो भी अपना फिक्स टाइम पीरियड है उदों पहला, लेकिन इह जो एफडी अकाउंट खुलदा है उत्थे तुसीं पैसे विड्रॉ करवा सकदे हो मल्टीपल्स ऑफ 1000 दे विच, थाउजेंड्स दे मल्टीपल दे विच तुसीं पैसे विड्रॉ करवा सकते हो, जिवें कि 2000 1000 3000 इदां। दसो बई आ गल समझ आ गई? डिफरेंट टाइप्स ऑफ बैंक अकाउंट्स किन्ने हुंदे हैगे ते सारियां दे की फीचर है? फिक्स डिपॉजिट, फिक्स अमाउंट, फिक्स टाइम पीरियडली, रैकरिंग फिक्स अमाउंट नहीं हुंदी कि इंस्टॉलमेंट्स पे कर दे, लेकिन फिक्स टाइम पीरियडली कर दे, ना दा अमाउंट फिक्स है ना ही टाइम पीरियड फिक्स है, जिन्नी मर्जी जिन्नी सेविंग करना चाहते हो उन्ने पैसे जमा करा दो, जो लोड़ है कढ़ा भी सकते हो। जो नंबर ऑफ बहुत ट्रांजैक्शंस बहुत ज्यादा नहीं गया, फिर करंट अकाउंट, एक अकाउंट दे विच बहुत दो अकाउंट्स दे फीचर चाहिए हैगे, मल्टी ऑप्शन अकाउंट। क्लियर? चलो फिर नेक्स्ट है इंपॉर्टेंट सर्विसेज प्रोवाइडेड बाय बैंक्स। केड़ी-केड़ी सर्विसेज आपां नूं बैंक प्रोवाइड करदा है? बैंक ड्राफ्ट ते चेक, पहलियां दो आ थोनू फोटोज लगियां हुई हैं बैंक ड्राफ्ट ते चेक दियां। पहली जो है वो डिमांड ड्राफ्ट यानी कि बैंक ड्राफ्ट दी है, दूसरी जो फोटो है वो है चेक दी। हुण डिमांड ड्राफ्ट ते चेक जो है वो सिमिलर जी हुंदे कि दोनों एक डॉक्यूमेंट हुंदे कि जेड़े कि आपां पेमेंट करन लई यूज करदे हैगे। ਜਿਹੜਾ ਚੈੱਕ ਹੁੰਦਾ ਨਾ, ਜਦੋਂ ਆਪਾਂ ਬੈਂਕ ਦੇ ਵਿੱਚ ਖਾਤਾ ਖੁਲਵਾ ਕੇ ਆਨੇ ਹੈਗੇ ਤੇ ਉਹ ਖਾਤੇ ਦੀ ਆਪਾਂ ਨੂੰ ਇੱਕ ਚੈੱਕ ਬੁੱਕ ਇਸ਼ੂ ਹੁੰਦੀ ਹੈਗੀ। ਉਹ ਚੈੱਕ ਬੁੱਕ ਦੇ ਵਿੱਚ ਕੀ ਹੁੰਦਾਗਾ, ਆਪਾਂ ਬੈਂਕ ਨੂੰ ਆਰਡਰ ਕਰ ਦਿਆਂਗੇ ਕਿ ਜਿਸ ਵੀ ਪਰਸਨ ਦੇ ਨਾਮ ਤੋਂ ਤੁਸੀਂ ਚੈੱਕ ਇਸ਼ੂ ਕਰੋਗੇ। ਫॉर एग्जांपल ਕਿ ਇੱਥੇ ਲਿਖਿਆ ਪੇ ਪ੍ਰਤੀਕ ਅਗਰਵਾਲ। ਹੁਣ ਜਿਹੜਾ ਵੀ ਨਾਮ ਤੁਸੀਂ ਚੈੱਕ ਉੱਤੇ ਭਰੋਗੇ, ਜਦੋਂ ਤੁਸੀਂ ਬੈਂਕ 'ਚ ਜਾ ਕੇ ਚੈੱਕ ਲਗਾਓਗੇ ਤਾਂ ਬੈਂਕ ਨੂੰ ਆਪਾਂ ਕੀ ਕਰ ਰਹੇ, ਇੱਕ ਤਰ੍ਹਾਂ ਨਾਲ ਆਰਡਰ ਦੇ ਰਹੇ ਹਾਂ ਕਿ ਬਈ ਸਾਡੇ ਅਕਾਊਂਟ ਦੇ ਵਿੱਚੋਂ ਇਸ ਪਰਸਨ ਨੂੰ ਜਿਹਦਾ ਚੈੱਕ ਉੱਤੇ ਨਾਮ ਲਿਖਿਆ ਹੋਏਗਾ, ਇਸ ਪਰਸਨ ਨੂੰ ਇੰਨੇ ਰੁਪਏ ਦੇ ਦਿੱਤੇ ਜਾਣ। ਤੇ ਇਹ ਚੈੱਕ ਹੁੰਦਾ। ਡਿਮਾਂਡ ਡਰਾਫਟ ਕੀ ਹੁੰਦਾ ਹੈਗਾ? ਡਿਮਾਂਡ ਡਰਾਫਟ ਹਮੇਸ਼ਾ ਬੈਂਕ ਥਰੂ ਇਸ਼ੂ ਕੀਤਾ ਜਾਂਦਾ ਹੁੰਦਾ ਸੀ, बैंक थ्रू इशू किया जाता है। तो ये की होंगे, ये बैंक नू ऑर्डर कर दोगे कि इस अकाउंट नू पे कर दो, तो ये खुद ही इशू कर देना। यानी कि ये जो डिमांड ड्राफ्ट है ना, ये आप बैंक दोबारा इशू करवाने हैं किसी पर्सन के नाम पे कि इनू इशू कर दो, असी पेमेंट करनी है। जेड़ा चैकबुक है, चैक होंगे वो आपको चैकबुक जो आप अकाउंट खुलवाने उदो आपको नाल ही मिलती हैगी, ते आप खुद चैक नू इशू कर सकते हैं किसी भी पर्सन के नाम ते जो भी कोई भी जिदे भी पर्सन के नाम ते तुसी चैक किते, जो वो बैंक दे विच जाके चैक लाऊगा उन्होंने बैंक पेमेंट दे दूगा। ते यह चैक ते बैंक ड्राफ्ट आपां नूं फैसिलिटीज बैंक द्वारा प्रोवाइड कीतियां जांदियां ते इन्हां नूं यूज करके आपां पेमेंट्स जो है वो ट्रांसफर कर सकदे हैं किसी एक अकाउंट तो अपने अकाउंट चों दूजे अकाउंट दे विच, या फिर किसी भी पर्सन नूं पे कर सकते। क्लीयर हो गई इन्नी गल? फिर आ जाती है ओवरड्राफ्ट फैसिलिटी ते कैश क्रेडिट फैसिलिटी। ओवरड्राफ्ट फैसिलिटी बेसिकली की हैगी कि आपां नूं ओवरड्राफ्ट फैसिलिटी दे विच बेसिकली यह थोड़े अकाउंट दे नाल तुहानूं एक फैसिलिटी मिलती है कि लोन टाइप एक फैसिलिटी होंदी है, जिहदे विच की हुंदा है बैंक आपां नूं एक लिमिट तक लोन प्रोवाइड करदा है कि जे अपने खाते विच पैसे नहीं भी हैगे अभी आपां बैंक दे पैसे यूज कर सकदे हांगे, ते बाद विच आपां बैंक नूं वो पैसे पे करने होणगे। जिन्ने भी पैसे आपां बैंक दे यूज करदे हांगे उहदे लई आपां बैंक नूं ब्याज पे कर देंगे। जिवें भी तुसीं बैंक तो लोन लैके पैसे यूज कर लैंदे हो, इत्थे ये फैसिलिटी आपां नूं अकाउंट दे नाल मिल जांदी है कि जे खाते च पैसे नहीं भी हैगे बाई चांस आपां नूं लोड़ हैगी तो इस फैसिलिटी के थ्रू आप बैंक तो कुछ टाइम में पैसे उधार लै सकते हैं। कैश क्रेडिट जो फैसिलिटी हैगी वो भी इसी नाल मिलदी जुलदी एक फैसिलिटी हैगी। जिवें देखो क्रेडिट कार्ड हुंदा है ना, क्रेडिट कार्ड एक कार्ड हुंदा हैगा जिहदे विच आपां नूं की हुंदा हैगा कि मान लो कि मेरा जो खाता है वो ICICI बैंक दे विच है, लेकिन मेरे को जो क्रेडिट कार्ड है वो एक्सिस बैंक है।
मतलब क्रेडिट कार्ड इशू करवाने ਲਈ ਜ਼ਰੂਰੀ ਨਹੀਂ ਹੈਗਾ ਕਿ ਜਿਸ ਬੈਂਕ ਦੇ ਵਿੱਚ ਤੁਹਾਡਾ ਖਾਤਾ ਹੈਗਾ ਉਸੇ ਬੈਂਕ ਦਾ ਤੁਹਾਡੇ ਕੋਲੇ ਕ੍ਰੈਡਿਟ ਕਾਰਡ ਹੋਵੇ। ਕ੍ਰੈਡਿਟ ਕਾਰਡ ਤੁਹਾਡੇ ਕੋਲੇ ਕਿਸੇ ਵੀ ਬੈਂਕ ਦਾ ਹੋ ਸਕਦਾ ਹੈਗਾ ਤੇ ਕ੍ਰੈਡਿਟ ਕਾਰਡ ਦੇ ਵਿੱਚ ਹੁੰਦਾ ਕੀ ਹੈਗਾ ਕਿ ਆਪਣੇ ਖਾਤੇ ਵਿੱਚ ਪੈਸੇ ਨਹੀਂ ਵੀ ਹੁੰਦੇ ਤਾਂ ਵੀ ਜਿੰਨੀ ਇਸ ਕਾਰਡ ਦੀ ਲਿਮਿਟ ਹੈ, ਫॉर एग्जांपल 40,000 ਲਿਮਿਟ ਹੈਗੀ, ਜਿੰਨੀ ਵੀ ਇਸ ਕਾਰਡ ਦੀ ਲਿਮਿਟ ਹੈਗੀ ਉਨੀ ਲਿਮਿਟ ਤੱਕ ਆਪਾਂ ਪੈਸੇ ਯੂਜ਼ ਕਰ ਸਕਦੇ ਹੁੰਨੇ ਹੈਗੇ ਐਜ਼ ਉਧਾਰ ਫਰੋਮ ਬੈਂਕ। ਤੇ ਜਦੋਂ ਆਪਾਂ ਪੈਸੇ ਯੂਜ਼ ਕਰਦੇ ਜਿੰਨੇ ਵੀ ਪੈਸੇ ਆਪਾਂ ਯੂਜ਼ ਕਰਾਂਗੇ ਉਨੇ ਪੈਸੇ ਆਪਾਂ ਬੈਂਕ ਨੂੰ ਵਾਪਸ ਕਰਨੇ ਹੋਣਗੇ ਤੇ ਜਿੰਨੇ ਵੀ ਤੁਸੀਂ 40,000 ਚੋਂ ਪੈਸੇ ਯੂਜ਼ ਕਰੋਗੇ ਉਹ ਤੁਸੀਂ ਬੈਂਕ ਨੂੰ ਉਹਦੇ ਉੱਤੇ ਵਿਆਜ ਵੀ ਪੇ ਕਰੋਗੇ। ਤੇ ਕ੍ਰੈਡਿਟ ਕਾਰਡ ਇੱਕ ਕਾਰਡ ਦੀ ਫਾਰਮ ਦੇ ਵਿੱਚ ਹੁੰਦਾ ਹੈਗਾ। ਕੈਸ਼ ਕ੍ਰੈਡਿਟ ਜੋ ਹੁੰਦਾ ਹੈਗਾ ਸਿਮਿਲਰਲੀ ਇੱਕ ਫੈਸਿਲਿਟੀ ਹੁੰਦੀ ਹੈ ਕਿ ਜਿਹੜਾ ਕਿ ਬੈਂਕ ਆਪਾਂ ਨੂੰ ਪ੍ਰੋਵਾਈਡ ਕਰਦਾ ਤੇ ਇਹ ਵੀ ਕੀ ਹੈਗਾ ਇੱਕ ਤਰ੍ਹਾਂ ਦਾ ਲੋਨ ਹੈਗਾ ਜਿਹਦੇ ਵਿੱਚ ਬੈਂਕ ਆਪਾਂ ਨੂੰ ਇੱਕ ਲਿਮਿਟ ਸੈੱਟ ਕਰ ਦਿੰਦਾ ਹੈਗਾ ਤੇ ਉਸ ਲਿਮਿਟ ਤੱਕ ਆਪਾਂ ਬੈਂਕ ਦੇ ਵਿੱਚੋਂ ਪੈਸੇ ਵਿਡਰਾ ਕਰਵਾ ਸਕਦੇ ਹਾਂ, ਚਾਹੇ ਮੇਰੇ ਖਾਤੇ 'ਚ ਪੈਸੇ ਹੈ ਚਾਹੇ ਮੇਰੇ ਖਾਤੇ 'ਚ ਪੈਸੇ ਨਹੀਂ ਹੈ। ਤੇ ਜਿੰਨੇ ਵੀ ਪੈਸੇ ਉਸ ਲਿਮਿਟ ਦੇ ਵਿੱਚੋਂ ਮੈਂ ਯੂਜ਼ ਕਰੂੰਗੀ ਉਨੇ ਪੈਸੇ ਮੈਂ ਬੈਂਕ ਨੂੰ ਮੋੜਨੇ ਹੋਣਗੇ ਤੇ ਉਹਦੇ ਤੇ ਵਿਆਜ ਵੀ ਬੈਂਕ ਨੂੰ ਦੇਣਾ ਹੋਊਗਾ। क्लियर होगी। फिर शॉर्ट टर्म, मीडियम टर्म एंड लॉन्ग टर्म लोन्स तो बैंक आपको प्रोवाइड करता ही है, लंबे टाइम लिए, छोटे घट टाइम लिए, मीडियम टाइम लिए। तो कुछ फैसिलिटीज है जो कि अपन एक बैंक प्रोवाइड करता है। बैंक ड्राफ्ट की फैसिलिटी, चेक की फैसिलिटी, ओवरड्राफ्ट, कैश क्रेडिट, मीडियम टर्म, शॉर्ट टर्म ते लॉन्ग टर्म लोन्स। क्लियर हो इन्नी गल। नैक्सट टॉपिक अपने को आ जाता है ई बैंकिंग। अजकल देखो तुसी काफी चीज़ां देख रहे हो, गूगल पे, पेटीएम है ना, फोन पे हो गया या फिर तुसी ऑनलाइन इंटरनेट बैंकिंग थ्रू पैसे ट्रांसफर कर देने हो। तो ये सारियां चीज़ां की हैगी ई बैंकिंग दियां ही एग्जांपल्स ने गया। बैंकिंग नॉर्मली जो आप हुण तक पढ़ के आए हैं वो बैंकिंग है। ई जो उहदे अगे लग्या होया ओहदा मतलब है इलैक्ट्रॉनिक। तो ई बैंकिंग दा मतलब हुंदा हैगा इलैक्ट्रॉनिक बैंकिंग कि जदों तुसी इंटरनेट दी हेल्प नाल वो सारियां फैसिलिटीज जो बैंक दियां फैसिलिटीज तुहानूं मिलदियां हैगियां वो सारियां फैसिलिटीज जदों तुसी इंटरनेट दी हेल्प नाल यूज कर दोगे तो उन्होंने आप कहने हैं ई बैंकिंग। अ सिस्टम ऑफ मेकिंग ऑनलाइन पेमेंट विदाउट इन्वॉल्विंग फिजिकल एक्सचेंज ऑफ मनी। जदों तुसी फिजिकल एक्सचेंज ऑफ मनी नु इन्वॉल्व किते बिना ऑनलाइन पेमेंट्स कर दिंदे होगे तो उन्होंने आप ई बैंकिंग कहने हैं। द मनी इज पेड एंड रिसीव्ड थ्रू इंटरनेट। ते ओह सारियां ट्रांजैक्शंस, पैसे रिसीव करना, पैसे पे करना, ओह सारियां दी सारियां इंटरनेट दी हेल्प नाल हुंदियां हैगियां। क्लियर हो गया ई बैंकिंग का मतलब। हुण ई बैंकिंग दे विच ਆਪਾਂ ਨੂੰ ਕੀ ਸਰਵਿਸਿਜ਼ ਮਿਲਦੀਆਂ ਹੈਗੀਆਂ। ਡੈਬਿਟ ਐਂਡ ਕ੍ਰੈਡਿਟ ਕਾਰਡ। ਕ੍ਰੈਡਿਟ ਕਾਰਡ ਦੇਖੋ ਮੈਂ ਤੁਹਾਨੂੰ ਦੱਸ ਹੀ ਦਿੱਤਾ, ਆ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਦੀਆਂ ਫੋਟੋਆਂ ਲੱਗੀਆਂ ਹੋਈਆਂ ਹੈਗੀਆਂ। ਡੈਬਿਟ ਕਾਰਡ ਕੀ ਹੁੰਦਾ ਹੈਗਾ? ਡੈਬਿਟ ਕਾਰਡ ਵੀ ਇੱਕ ਪਲਾਸਟਿਕ ਦਾ ਕਾਰਡ ਹੁੰਦਾ ਹੈਗਾ ਇਸ ਤਰ੍ਹਾਂ ਦਾ ਦਿਖਣ ਵਾਲਾ। ਦੇਖੋ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਦੋਨੋਂ ਸੇਮ ਹੀ ਦਿਖਦੇ ਹੁੰਦੇ ਆ, ਪਲਾਸਟਿਕ ਕਾਰਡਸ, ਠੀਕ ਹੈ, ਲੇਕਿਨ ਉਹਨਾਂ ਦੇ ਫੀਚਰਸ ਅਲੱਗ-ਅਲੱਗ ਹੁੰਦੇ ਆ। ਡੈਬਿਟ ਕਾਰਡ ਜਿਸ ਬੈਂਕ ਦੇ ਵਿੱਚ ਤੁਹਾਡਾ ਖਾਤਾ ਹੈ ਉਸ ਬੈਂਕ ਦੇ ਅਕਾਊਂਟ ਦਾ ਹੀ ਅਕਾਊਂਟ ਨਾਲ ਰਿਲੇਟਡ ਹੀ ਤੁਹਾਨੂੰ ਕਾਰਡ ਇਸ਼ੂ ਕੀਤਾ ਜਾਊਗਾ ਤੇ ਉਸ ਕਾਰਡ ਦੀ ਉਨੀ ਹੀ लिमिट होगी जिन्ने थोड़े खाते विच पैसे है। मतलब कि जो मेरे अकाउंट दे विच पैसे हैगे जे मैं उन्हां नूं विड्रॉ करना हैगा या फिर जे मैं उन्हां दे विचों कोई ऑनलाइन पेमेंट करनी है, वो ऑनलाइन पेमेंट करन लई, पैसे विड्रॉ करन लई मैं यूज कर सकदी हां डेबिट कार्ड। मतलब डेबिट कार्ड लिमिट हुंदा हैगा जो एटीएम कार्ड जिन्हों आपां कह दिंदे हैगे ओही हुंदा डेबिट कार्ड। जिन्ने मेरे कोल पैसे हैगे उन्ने पैसे ही मैं डेबिट कार्ड दी हेल्प नाल यूज कर सकदी। क्रेडिट कार्ड हुणी जिवें मैं तुहानूं दस्सिया कि जरूरी नहीं हैगा जिस बैंक च तुहाडा खाता है उसी बैंक दा तुहाडे कोले क्रेडिट कार्ड होवे। क्रेडिट कार्ड किसी मर्जी बैंक दा तुहाडे कोले हो सकदा है ते क्रेडिट कार्ड दी एक लिमिट सैट कीती होगी। चाहे तुहाडे कोले खाते विच पैसे है चाहे तुहाडे खाते विच पैसे नहीं है, जिन्नी तुहाडे कोले लिमिट सैट कीती हुई है उन्नी लिमिट तक तुसी क्रेडिट कार्ड दे विचों पैसे कढवा सकदे होगे ते वो पैसे आपां बाद चों बैंक नूं मोड़ने होणगे। जे तुसी पैसे टाइमली पे नहीं करदे तां बैंक तुहाडे तो ब्याज चार्ज करूगा। दसो क्रेडिट कार्ड ते डेबिट कार्ड समझ आ गए की हुंदे की इन्हां दे विच फर्क है। डेबिट कार्ड बेसिकली जिन्ने तुहाडे खाते च पैसे हैगे उन्ने यूज होणगे। क्रेडिट कार्ड जिन्ने जे तुहाडे कोले खाते च नहीं भी पैसे हैगे तां भी तुसी यूज कर सकदे होगे। हुण नेक्स्ट एनईएफटी ते आरटीजीएस नूं समझदे हैगे। एनईएफटी ते आरटीजीएस। एनईएफटी का की मतलब है? नेशनल इलेक्ट्रॉनिक फंड ट्रांसफर सिस्टम। इहदा की मतलब है? रियल टाइम ग्रॉस सेटलमेंट। रियल टाइम ग्रॉस सेटलमेंट ते एनईएफटी मींस नेशनल इलेक्ट्रॉनिक फंड ट्रांसफर। हुण ये दोनों की चीज़ां नहीं गया।
ਤੁਹਾਡਾ ਬੈਂਕ ਅਕਾਊਂਟ ਹੈ ICICI ਬੈਂਕ ਦੇ ਵਿੱਚ, ਇੱਕ ਤੁਹਾਡੇ ਸਪਲਾਇਰ ਦਾ, ਤੁਹਾਡੇ ਯਾਰ ਦੋਸਤ ਦਾ ਅਕਾਊਂਟ ਹੈਗਾ ਐਕਸਿਸ ਬੈਂਕ ਦੇ ਵਿੱਚ। ਹੁਣ ਤੁਸੀਂ ਆਪਦੇ ICICI ਵਾਲੇ ਖਾਤੇ ਦੇ ਵਿੱਚੋਂ ਆਪਦੇ ਦੋਸਤ ਦੇ ਐਕਸਿਸ ਬੈਂਕ ਦੇ ਖਾਤੇ ਵਿੱਚ ਆਨਲਾਈਨ ਪੈਸੇ ਟ੍ਰਾਂਸਫਰ ਕਰਨੇ। तो ऑनलाइन पैसे ट्रांसफर करने ਲਈ ਆਪਾਂ ਨੂੰ ਦੋ ਸਿਸਟਮ ਦਿੱਤੇ ਹੋਏ ਹੈਗੇ ਜਿਨ੍ਹਾਂ ਦੇ ਨਾਮ ਹੈ NEFT ਐਂਡ RTGS। ਹੁਣ ਇਹਨਾਂ ਸਿਸਟਮਸ ਦੇ ਜਿਵੇਂ ਆਪਾਂ ਬੈਂਕ ਅਕਾਊਂਟਸ ਦੇ ਫੀਚਰਸ ਪੜ੍ਹ ਕੇ ਆਏ ਨਾ, ਸਾਰੇ ਅਕਾਊਂਟਸ ਦੇ ਅਲੱਗ-ਅਲੱਗ ਫੀਚਰਸ ਹੈਗੇ, ਉਵੇਂ ਇਹਨਾਂ ਸਿਸਟਮਸ ਦੇ ਵੀ ਕੀ ਹੈਗੇ ਫੀਚਰਸ ਅਲੱਗ-ਅਲੱਗ ਹੈ ਕਿ ਜੇ ਤੁਸੀਂ ਇੱਕ ਅਕਾਊਂਟ ਦੇ ਵਿੱਚੋਂ ਦੂਜੇ ਅਕਾਊਂਟ ਦੇ ਵਿੱਚ ਪੈਸੇ ਟ੍ਰਾਂਸਫਰ ਕਰਨੇ ਹੈਗੇ ਤਾਂ ਉਹਦੇ ਲਈ ਤੁਸੀਂ ਇਹ ਦੋ ਫੈਸਿਲਿਟੀਜ਼ ਯੂਜ਼ ਕਰ ਸਕਦੇ ਹੋਗੇ ਤੇ ਦੋਨਾਂ ਫੈਸਿਲਿਟੀਜ਼ ਦੇ ਫੀਚਰਸ ਕੀ ਨੇਗੇ ਅਲੱਗ-ਅਲੱਗ ਨੇ। ਹੁਣ ਕੀ ਫੀਚਰਸ ਨੇ? ਸਭ ਤੋਂ ਪਹਿਲਾਂ ਤਾਂ RTGS ਸੁਣੋ। RTGS ਕੀ ਕਹਿੰਦਾ ਹੈਗਾ ਕਿ ਜਦੋਂ ਤੁਸੀਂ ਮੇਰੇ ਥਰੂ ਪੈਸੇ ਟ੍ਰਾਂਸਫਰ ਕਰਨੇ ਹੈਗੇ ਤਾਂ ਪੈਸੇ ਜਿਹੜੇ ਹੈਗੇ ਉਹ ਮਿਨੀਮਮ ਅਮਾਉਂਟ ਕਿੰਨੀ ਹੋਣੀ ਚਾਹੀਦੀ ਹੈਗੀ 2 ਲੱਖ ਰੁਪੀਸ। ਕਿ ਜਦੋਂ ਤੁਸੀਂ ਕਿਸੇ ਵੀ ਅਕਾਊਂਟ 'ਚ ਪੈਸੇ ਟ੍ਰਾਂਸਫਰ ਕਰਨੇ ਹੈਗੇ ਤੇ ਜੇ ਤੁਸੀਂ ਮੇਰੇ ਥਰੂ ਪੈਸੇ ਟ੍ਰਾਂਸਫਰ ਕਰਨੇ ਹੈਗੇ ਤੁਹਾਡੇ ਕੋਲੇ ਘੱਟੋ ਘੱਟ 2 ਲੱਖ ਰੁਪਇਆ ਹੋਣਾ ਚਾਹੀਦਾ। ਇਹ RTGS ਕਹਿੰਦਾ। NEFT ਕੀ ਕਹਿੰਦਾ ਹੈਗਾ ਕਿ ਜੇ ਤੁਸੀਂ ਮੇਰੇ ਥਰੂ ਪੇਮੈਂਟ ਕਰਨੀ ਹੈਗੀ फिर थोड़े कोले जरूरी नहीं कि 2 लाख रुपया होवे, फिर चाहे थोड़े कोले 1 रुपया है ते मैक्सिमम जिन्ने मर्जी रुपए है मैं ट्रांसफर कर दूंगा। NEFT ये कहता है कि मेरे थ्रू पैसे ट्रांसफर करने तो तुसी 1 रुपया भी ट्रांसफर कर सकते हो, मैक्सिमम जिन्ने मर्जी कर लो। ते RTGS की कहता है मेरे थ्रू पैसे ट्रांसफर करने तो मैक्सिमम तो जिन्ने मर्जी कर लो, लेकिन मिनिमम अमाउंट थोड़े कोले 2 लाख रुपया होनी ही चाहिए है, फिर ही मैं ट्रांसफर करके दूंगा, नहीं तो मैं नहीं ट्रांसफर करता। गल समझ आ गई? एक तो पहला इन्हां दे विच डिफरेंस ये है, इहदे विच मिनिमम अमाउंट 1 है, मैक्सिमम कोई नहीं। इहदे विच मिनिमम अमाउंट 2 लाख है, मैक्सिमम कोई नहीं है। ठीक है। दूसरा डिफरेंस की हैगा कि ਜਦੋਂ ਤੁਸੀਂ NEFT ਦੇ ਵਿੱਚ ਕਰ ਦਿਓਗੇ ਤਾਂ ਨੋ ਚਾਰजेस, ਬੈਂਕ ਤੁਹਾਡੇ ਤੋਂ ਕੋਈ ਵੀ ਚਾਰजेस ਨਹੀਂ ਕੱਟਦਾ। ਜਦੋਂ ਤੁਸੀਂ RTGS ਕਰਕੇ ਕਰ ਦਿਓਗੇ ਤਾਂ ਬੈਂਕ ਤੁਹਾਡੇ ਅਕਾਊਂਟ ਦੇ ਵਿੱਚੋਂ ਕੁਝ ਚਾਰजेस ਵੀ ਕੱਟੂਗਾ। ਹੁਣ ਉਹ ਚਾਰजेस ਜਿੰਨੇ ਵੀ ਹੋਣਗੇ ਉਹਦੇ ਅਕੋਰਡਿੰਗ ਕੱਟਿਆ ਜਾਊਗਾ। ਤਾਂ ਹੋਊਗਾ ਕਿ ਜਦੋਂ ਤੁਸੀਂ 2 ਲੱਖ ਰੁਪਏ ਟ੍ਰਾਂਸਫਰ ਕਰੋਗੇ ਸਾਹਮਣੇ ਵਾਲੇ ਬੰਦੇ ਦੇ ਅਕਾਊਂਟ 'ਚ ਤਾਂ 2 ਲੱਖ ਰੁਪਏ ਜਾਣਗੇ, ਲੇਕਿਨ ਤੁਹਾਡੇ ਅਕਾਊਂਟ ਦੇ ਵਿੱਚੋਂ 2 ਲੱਖ ਪਲੱਸ ਚਾਰजेस ਕੱਟੇ ਜਾਣਗੇ। ਆ ਚਾਰजेस ਬੈਂਕ ਰੱਖ ਲੂਗਾ, ਆ 2 ਲੱਖ ਰੁਪਏ ਸਾਹਮਣੇ ਵਾਲੇ ਪਰਸਨ ਕੋਲੇ ਚਲਾ ਜਾਊਗਾ। समझ आ गई? दो डिफरेंस, मिनिमम अमाउंट दी, मैक्सिमम अमाउंट दी, चार्जेस, ये दो डिफरेंस हो गए। होर की हुंदा है? एक होर डिफरेंस हुंदा है कि जदों तुसी RTGS थ्रू पैसे ट्रांसफर कर दोगे ना तो इहदे विच इमीडिएट ट्रांसफर हो जाता है। इमीडिएट ट्रांसफर मतलब कि जदों भी तुसी ट्रांजैक्शन करोगे नाल दी नाल दूसरे बंदे दे खाते दे विच पैसे होणगे। लेकिन NEFT बेचारा की कहता है कि मैं थोनू 1 रुपया भी ट्रांसफर करके दे रहा तो मैं इन्नी छेती नहीं कर सकता, मैनू थोड़ा टाइम चाहिए। मतलब कि हुंदा कि इहदे विच देखो हुण आपां मिनिमम अमाउंट 1 रुपया रखिए तो हो सकता है कोई बंदा 10 रुपया ट्रांसफर कर रहा होवे, कोई 200 कर रहा होगा, कोई 3000 कर रहा होगा, कोई 50 रुपए करता होगा, कोई 60 रुपए करता होगा, कोई 400 रुपया करता होगा। इदा किन्ने ही लोग किन्ने ही ट्रांजैक्शंस करते होंगे। हुण जे बैंक आ छोटियां ट्रांजैक्शन 10 20 50 60 5 रुपए 2 रुपए इन्हां दी ट्रांजैक्शंस भी करता होगा। हुण देखो आप कितनी बारी करते तां कि जदों कोई नवा अकाउंट ऐड करते हैं तो चेक करने लई 1 रुपया 2 रुपए 3 रुपए ऐ ट्रांसफर करके चेक करते हैं कि पहुंच रहे कि नहीं पहुंच रहे, आप अकाउंट गलत तो नहीं ट्रांसफर ऐड कर लिया। तो हुण NEFT दे थ्रू लोग किन्नियां ही ट्रांजैक्शंस करते होंगे ते जे बैंक कल्ली ट्रांजैक्शन करन लग गया तो ओदे नाल की होगा, बैंक दा खर्चा ही बहुत वध जाऊगा। तो NEFT दे विच बैंक की करदा है हमेशा बैचेस बनांदा है। दो काफी सारी जो अमाउंट इकट्ठी हो जाती है कि बैचेस बना लेंदे हैगे वो कि इन्नी अमाउंट का असीं बैच बनाना ते ओह एक बैच इकट्ठा जो पूरा हो जाता है फिल हो जाता है तो वह बैच इकट्ठा की किया जाता है, ट्रांसफर किया जाता है। ताई जो तुसीं NEFT के थ्रू पैसे ट्रांसफर कर दोगे तो उहदे विच 2-3 घंटे लगते हैं पैसे ट्रांसफर होने दे विच, क्योंकि वो 2-3 घंटिया दे विच बैंक ही कर रहा है, एक बैच तैयार कर रहा है पैसे ट्रांसफर करने लई। लेकिन RTGS दे विच अमाउंट काफी वड्डी हुंदी है कि 2 लाख तो मिनिमम ही है, हुण काफी 2 लाख तो वड्डी हो गई अमाउंट। तो इत्थे की करदे नाले बैंक चार्जेस भी कटदा है, तां ही बैंक की करदा है इमीडिएटली पैसे ट्रांसफर कर दिंदा है, बैच बनाउण लई वेट नहीं करता। समझ आ गया RTGS ते NEFT? हुण एक ना NEFT दे विच होर कंसैप्ट आंदा हैगा। हुण देखो दोनों तुहानूं समझ आ गए। RTGS दे विच मिनिमम 2 लाख चाहिदा है,
एनईएफटी ਦੇ ਵਿੱਚ ਮਿਨੀਮਮ ਅਮਾਉਂਟ ਕੋਈ ਨਹੀਂ ਹੈਗੀ, ਲੇਕਿਨ ਟਾਈਮ ਲੱਗੂਗਾ 2-3 ਘੰਟੇ। ਹੁਣ ਜੇ ਮੰਨ ਲਓ ਕਿ ਜਿਹੜੇ ਬੰਦੇ ਨੇ 2 ਲੱਖ ਤੋਂ ਘੱਟ ਰੁਪਏ ਟ੍ਰਾਂਸਫਰ ਕਰਨੇ ਹੈਗੇ, ਲੇਕਿਨ ਉਹਨੂੰ ਇਮੀਡੀਏਟ ਲੋੜ ਹੈ ਕਿ ਪੈਸੇ ਟ੍ਰਾਂਸਫਰ ਕਰਨ ਦੀ, ਫਿਰ ਉਹ ਵਿਚਾਰਾ ਕਿੱਧਰ ਜਾਵੇ? ਫਿਰ ਉਹਦੇ ਲਈ ਵੀ ਇੱਕ ਨਵਾਂ ਸਿਸਟਮ ਬਣਿਆ IMPS। ਤਾਂ IMPS ਦੀ ਫੁੱਲ ਫਾਰਮ ਕੀ ਹੈਗੀ? ਇਮੀਡੀਏਟ ਪੇਮੈਂਟ ਸਰਵਿਸ। ਹੁਣ ਜਿਵੇਂ ਇੱਥੇ 2 ਲੱਖ ਰੁਪਏ ਪੇਮੈਂਟ ਜੇ ਤੁਸੀਂ ਕਰ ਰਹੇ ਹੋਗੇ, ਇਮੀਡੀਏਟਲੀ ਟ੍ਰਾਂਸਫਰ ਹੋ ਰਹੀ ਹੈਗੀ, 2 ਲੱਖ ਤੋਂ ਘੱਟ ਦੀ ਇਹੋ ਜਿਹੀ ਕੋਈ ਫੈਸਿਲਿਟੀ ਨਹੀਂ ਸੀ, ਤਾਂ ਇਹਦੇ ਲਈ ਇੱਕ ਫੈਸਿਲਿਟੀ ਹੋਰ ਐਡ ਆਨ ਕੀਤੀ ਗਈ IMPS ਦੀ। ਇਹਦੇ ਵਿੱਚ ਕੀ ਹੁੰਦਾ ਹੈਗਾ? NEFT ਦੇ ਵਾਂਗੂ ਕੋਈ ਵੀ ਮਿਨੀਮਮ ਅਮਾਉਂਟ ਨਹੀਂ ਹੁੰਦੀਗੀ, ਫੰਡਸ ਕੀ ਹੈਗੇ ਇਮੀਡੀਏਟਲੀ ਟ੍ਰਾਂਸਫਰ ਹੋ ਜਾਂਦੇ, ਚਾਹੇ ਤੁਸੀਂ 1 2 3 4 ਰੁਪਏ ਕਿੰਨੇ ਮਰਜ਼ੀ ਕਰੋ, ਉਹ ਇਮੀਡੀਏਟਲੀ ਟ੍ਰਾਂਸਫਰ ਹੋ ਜਾਂਦੇ ਹੈਗੇ। ਬਟ ਇਹਦੇ ਵਿੱਚ ਵੀ ਜਿਵੇਂ ਇੱਥੇ ਆਪਣੇ ਕੋਲੇ ਚਾਰजेस ਕੱਟੇ ਜਾਂਦੇ ਹੈਗੇ RTGS ਦੇ ਵਿੱਚ, IMPS ਦੇ ਵਿੱਚ ਵੀ ਜਦੋਂ ਤੁਸੀਂ ਪੈਸੇ ਟ੍ਰਾਂਸਫਰ ਕਰੋਗੇ ਇਮੀਡੀਏਟ ਹੋ ਤਾਂ ਜਾਣਗੇ, ਲੇਕਿਨ ਬੈਂਕ ਚਾਰजेस ਕੱਟੂਗਾ। ਤਾਂ ਇਹ ਸੀ ਆਪਣੇ ਕੋਲੇ NEFT ਤੇ RTGS। ठीक है, होर ई बैंकिंग दे विच आपां नूं की सर्विसेज मिली है? ATM दी फैसिलिटी मिली है, तुसीं थां थां ते देखे होणगे ATM मशीनां लगे होणगे, कुछ इस तरह दी दिखण वाली मशीन हुंदी हैगी जिहदे विच तुसीं डेबिट कार्ड या क्रेडिट कार्ड यूज करके की कर सकते हो, पैसे विड्रॉ करा सकते हो, पैसे डिपॉजिट करा सकते हो, होर भी बहुत सारियां फैसिलिटीज मिलदियां, पिन जनरेट कर सकते हो, बैंक इंक्वायरी करनी है, बैलेंस इंक्वायर करना है, बैंक स्टेटमेंट चाहिए कि इदां दी होर भी तुहानूं बहुत सारियां फैसिलिटीज इह ATM मशीन तो मिलदियां हैगियां। तां ATM दी फुल फॉर्म की हुंदी है? ऑटोमेटेड टेलर मशीन। टेलर जो है बेसिकली कैशियर नूं टेलर कहा जाता है, ते इत्थे ATM जो है ऑटोमेटेड टेलर मशीन यानी कि ऑटोमेटिक एक कैशियर मशीन के तौर पर तुहानूं प्रोवाइड किया गया है ई बैंकिंग दे विच। ई कैश जो भी ई वॉलेट, पेटीएम वॉलेट, गूगल पे दा वॉलेट नहीं हुंदा, पेटीएम दे विच जो वॉलेट हुंदा ओहदे विच जो तुसीं पैसे रखदे हो ओह आ जांदा है तुहाडा ई कैश दी कैटेगरी दे विच। गल समझ आ गई? ई बैंकिंग दी फैसिलिटीज, डेबिट एंड क्रेडिट कार्ड, NEFT की है, RTGS की है, ATM की है, ई कैश दी फैसिलिटी की है। ओके, नेक्स्ट बेनिफिट्स ऑफ बैंकिंग। बैंकिंग दे की बेनिफिट्स है? बैंकिंग दे नहीं सॉरी ई बैंकिंग दे। देखो पहला तो सिंपल बैंकिंग सिस्टम ही चलदा सीगा कि तुसी बैंक जांदे सी, काम करांदे सीगे, ओके, फिर जे लोड पैंदी सी जांदे सीगे, काम करा के घरे आउंदे सी। लेकिन आजकल की हैगा ई बैंकिंग नाल यह बहुत ज्यादा आपां नूं फैसिलिटी हो गई हैगी, हेल्प मिल गई हैगी, आपां नूं जरूरी हैगा कि बैंक जाना पऊगा। जो भी तुहानूं बैंकिंग दी फैसिलिटीज चाहिए हैगियां वो तुसी घरे बैठे भी सारे काम कर सकदे हो, तुहानूं फैसिलिटीज मिल जाणगियां। तो वही हैगा हुण ई बैंकिंग दे आउण नाल आपां नूं सौख तो बहुत होई हैगी, सौखा हो गया सारी चीज़ां। तो की सौखी होई हैगी वो आपां नूं इत्थे बेनिफिट्स दे तौर ते दे दित्ती गई। कस्टमर्स नूं की फायदा होया, बैंक्स नूं की फायदा होया, वो सारे आपां नूं इत्थे दस्से होया। तो कस्टमर्स नूं की फायदा होया? डिजिटल पेमेंट एंड ट्रांसपेरेंसी। उन्हां दी पेमेंट्स डिजिटली ऑनलाइन होण लग गईयां ते उन्हां दी पेमेंट्स उन्हां दी अखां सामने होण लग गईयां, तो उहदे नाल ट्रांसपेरेंसी आ गई उन्हां दे काम दे विच। 24/7 सर्विसेज, पहला बैंक जांदे सीगे 9 to 5 सर्विस मिलदी सीगी, उदों बाद आपां नूं कोई भी बैंकिंग सर्विसेज नहीं मिलदी सी। ई बैंकिंग दे आउण नाल 24/7 यानी कि 24 आवर्स आपां नूं सर्विस मिलदी है, जदों तुसीं चाहो सारियां सर्विसेज लै सकदे हो। रात नूं 2 बजे पैसे ट्रांसफर करने हैगे कर सकदे हो, पहला 9 तो 5 ही कर सकते सी। कन्वीनियंस काफी ईजी हो गया हैगा ई बैंकिंग दे आने नाल। अपने जो बैंकां दे विच चक्कर लगदे सी वो चक्कर घट गए हैगे, माड़ी माड़ी चीज लई जो आपां नूं बैंक दे विच जाना पैंदा सीगा वो जाण दी लोड़ नहीं, आपां घरे बैठ के कर सकदे हां। फाइनैंशियल डिसिप्लिन, जदों तुहाडे कोले ट्रांसपेरेंसी आ गई, तुहाडे फंड्स कित्थे जा रहे कित्थे नहीं जा रहे, प्रॉपर तुहाडे कोले इंफॉर्मेशन लैण लग गई तां तुसीं आपदे फाइनैंसेस नूं डिसिप्लिन कर सकदे हो। अनलिमिटेड एक्सेस, हुण मतलब कि पहला जे बैंक जाना पैंदा सीगा आपां सोच के जांदे सी की काम है ताकि एक बारी च हो जाण, बार बार ना गेड़े लगन। हुण इत्थे की सोचण दी लोड़ नहीं हैगी, जदों तुहानूं लोड़ हैगा अपने मोबाइल ते अपने PC ते कंप्यूटर ते नेट बैंकिंग खोलो, काम करो, डन। तो अनलिमिटेड एक्सेस, तुसीं जिन्ने मर्जी बारे बैंकिंग सर्विस लै सकदे हो। लैस रिस्क, पहला कैश कैरी करके लेके जाना पैंदा सीगा एक जगह तो दूसरी जगह, आजकल लोड़ नहीं हैगी, ATM कार्ड्स लै जो सॉरी डेबिट कार्ड क्रेडिट कार्ड जो हुंदे हैगे ओ लै जो, मोबाइल दे विच गूगल पे फोन पे आपां कोले सारियां कोले चलदा, सारियां कोले पैसे हुंदे हैगे, तां कैश कैरी करन दी आपां नूं लोड़ नहीं हुंदी। बैंक्स नूं की बेनिफिट होया? कंपीटेटिव एडवांटेज। हुण देखो इहदे नाल की होया कि एक मिनट पहला आप ये समझिए, सब तो पहला आप पॉइंट समझो, रिड्यूस लोड ऑन ब्रांचेस। पहला की हुंदा सीगा बैंक विच जाके ही आपां नूं काम करना पैंदा सीगा, तो उहदे नाल की हुंदा सी बैंक दे विच जो काम करन वाले लोकी हुंदे सी एम्प्लॉयज, उन्हां दा लोड बहुत वधिया रहिंदा सी, क्योंकि लोकी छोटे छोटे काम लई आंदे सी। तुहानूं बैंक दी स्टेटमेंट चाहिदी अकाउंट दी, उहदे लई भी तुसीं बैंक जाओगे, आपदे बैलेंस दे विच पैसे चेक करने उहदे लई तुसीं बैंक जाओगे। अजकल इन्हां छोटी छोटी चीज़ां लई तुहानूं बैंक जाण दी लोड़ नहीं हुंदी, इस करके जो ब्रांचेस दे विच एम्प्लॉय काम करन वाले हैगे उन्हां दा लोड भी है
की है काफी घट गया ई बैंकिंग आउण नाल। अनलिमिटेड नेटवर्क जो उन्होंने लोड घट गया काम घट गया तो उन्होंने आपका नेटवर्क की किया एक्सटेंड करता। मोर ओवर की हुंदा सीगा पहला जिस बैंक दे विच जिस ब्रांच दे विच तुहाडा खाता खुलिया होएगा सिर्फ उसी अकाउंट उसी ब्रांच दे विच तुहाडे अकाउंट दी इंफॉर्मेशन हुंदी सी, बाकियां ब्रांचेस दे विच तुहाडी इंफॉर्मेशन नहीं हुंदी सी। हुण एक्सिस बैंक दी अपने शहर दे विच कितनियां ब्रांचेस ने ਤੇ ਜਿਹੜੀ ਬ੍ਰਾਂਚ ਦੇ ਵਿੱਚ ਤੁਹਾਡਾ ਖਾਤਾ ਖੁੱਲ੍ਹਾ ਹੋਊਗਾ ਸਿਰਫ ਉਸੇ ਬ੍ਰਾਂਚ 'ਚ ਤੁਹਾਡੀ ਇਨਫੋਰਮੇਸ਼ਨ ਹੁੰਦੀ ਸੀ, ਬਾਕੀਆਂ ਕੋਲੇ ਨਹੀਂ ਹੁੰਦੀ ਸੀ। ਅੱਜ ਕੱਲ ਕੀ ਹੁੰਦਾ ਹੈਗਾ ਇੰਟਰਨੈਟ ਦੀ ਹੈਲਪ ਦੇ ਨਾਲ ਇਹ ਸਾਰੇ ਬੈਂਕ ਕੀ ਕਰਦੇ ਹੈਗੇ ਕਲਾਊਡ ਬੇਸਡ ਸਿਸਟਮ ਯੂਜ਼ ਕਰਦੇ ਹੈਗੇ, ਤਾਂ ਉਹ ਕਲਾਊਡ ਬੇਸਡ ਸਿਸਟਮ ਦੇ ਵਿੱਚ ਇੰਟਰਨੈਟ ਦੀ ਹੈਲਪ ਨਾਲ ਇਹ ਸਾਰਾ ਡਾਟਾ ਸਟੋਰ ਕਰ ਦਿੰਦੇ ਆ। ਜਦੋਂ ਜੋ ਵੀ ਕਸਟਮਰ ਆਂਦਾ ਹੈਗਾ ਉਹ ਕਲਾਊਡ ਇਹਨਾਂ ਦਾ ਜੋ ਹੁੰਦਾ ਹੈਗਾ ਉਹਦੇ ਉੱਤੇ ਇਹ ਸਾਰਾ ਡਾਟਾ ਸਟੋਰ ਕਰ ਦਿੰਦੇ ਹੈਗੇ। ਤਾਂ ਤੁਸੀਂ ਮੰਨ ਲਓ ਕਿ ਜਿਹੜੀ ਵੀ ਬ੍ਰਾਂਚ ਤੁਹਾਨੂੰ ਨੇੜੇ ਹੈ, फॉर एग्जाम्पल ए बी दो ब्रांचेस ने, थोड़ा खाता ए ब्रांच च खुलिया लेकिन थोड़े घर के नेड़े बी ब्रांच आएगी, तुसी बी ब्रांच च जाके भी आपदा काम करवा सकते होगे, थोड़ा जरूरी नहीं हैगा ए ब्रांच च ही जाना पऊगा। तो इन्हां नाल अनलिमिटेड नेटवर्क भी जो सीगा अनलिमिटेड होगा, अनलिमिटेड कस्टमर्स नूं ही एक्सेस कर सकदे। कंपीटीटिव एडवांटेज हुण ई बैंकिंग आने नाल की होया कंपीटीटिव एडवांटेज मिली बैंक्स नूं, जेड़ा बैंक ई बैंकिंग नूं जिन्नी जल्दी अडॉप्ट कर लूगा ओह कंपटीशन दे विच उन्ना ही अगे होगा। तो ये कुछ बेनिफिट सीगे जो कस्टमर्स नूं होए ते कुछ बैंक्स नूं होए ई बैंकिंग दे आउण नाल। ते इसी नाल अपना जो बैंकिंग दा टॉपिक सीगा वो भी कंप्लीट होया। हुण मैनूं दसो कि तुहानूं जो अपने डिफरेंट टाइप्स ऑफ बैंक अकाउंट्स है वो समझ आए, उस तो बाद आपां डिफरेंट टाइप्स ऑफ बैंकिंग सर्विसेज डिस्कस कीतियां वो समझ आईयां। ई बैंकिंग दे विच की सर्विसेज मिलदियां ते बेनिफिट्स ऑफ ई बैंकिंग की ने, सारे टॉपिक्स कवर हो गए, समझ आ गए। जे इन्हां टॉपिक्स दे विचों कोई भी डाउट होया कोई भी क्वेरी हुई कमेंट सैक्शन दे विच ड्रॉप करियो, आपां डिस्कस करांगे जरूर। ते मिलदे हैं नेक्स्ट लेक्चर दे विच। नेक्स्ट लेक्चर दे विच आपां नेक्स्ट टाइप ऑफ बिजनेस सर्विसेज शुरू करांगे। हैव अ गुड डे, मिलदे हैं नेक्स्ट लेक्चर।